ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਵੀਕਲੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਉਹਨਾਂ ਖਬਰਾਂ ਦੀ ਹੋਏਗੀ ਜਿਹੜੀਆਂ ਹਫ਼ਤਾ ਭਰ ਖਾਸ ਰਹੀਆਂ। ਨਜ਼ਰ ਮਾਰਦੇ ਹਾਂ ਸਭ ਤੋਂ ਪਹਿਲਾਂ ਹੈਡਲਾਈਨਸ ਤੇ। ਕੈਨੇਡਾ ਤੋਂ ਰੋਕ ਹਟਾਉਣ ਦੀ ਮੰਗ, ਯਾਤਰਾ ਪਾਬੰਦੀ ਹਟਾਉਣ ਦੀ ਕੀਤੀ ਮੰਗ। ਯਾਤਰਾ ਸਖਤੀਆਂ ਦੇ ਪੱਖ ਵਿੱਚ ਲੋਕ, ਇੱਕ ਪੋਲ ਤੋਂ ਆਈ ਜਾਣਕਾਰੀ ਸਾਹਮਣੇ। ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ, ਨਿਕਲਿਆ ਹੁਣ ਤੱਕ ਦਾ ਸਭ ਤੋਂ ਵੱਡਾ ਡਰਾਅ। ਖਾਣ ਪੀਣ ਦੀਆਂ ਚੀਜ਼ਾਂ 'ਚ ਹੋ ਸਕਦੀ ਹੈ ਮਹਿੰਗਾਈ ਬਾਰੇ ਲਗਾਇਆ ਗਿਆ ਅੰਦਾਜ਼ਾ। ਨਸ਼ੇ ਦੇ ਮਾਮਲੇ ਵਿੱਚ 6 ਪੰਜਾਬੀ ਗ੍ਰਿਫਤਾਰ, ਪੁਲਿਸ ਨੇ ਨਸ਼ਾ ਤੇ ਹਥਿਆਰ ਕੀਤੇ ਬਰਾਮਦ। ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਵੱਲੋਂ ਯਾਤਰਾ ਸੰਬੰਧੀ ਪਾਬੰਦੀ ਕੀਤੀ ਗਈ। ਹੁਣ ਜਦੋਂ ਯਾਤਰਾ ਪਾਬੰਦੀਆਂ ਲਗਾਈਆਂ ਗਈਆਂ ਤੇ ਦੇਸ਼ਾਂ ਨੇ ਮੰਗ ਕੀਤੀ ਹੈ ਕਿ ਇਸ ਨੂੰ ਹਟਾ ਦਿੱਤਾ ਜਾਵੇ। ਕੈਨੇਡਾ ਵੱਲੋਂ ਸਖਤੀ ਨਾਲ ਕਦਮ ਚੁੱਕਦਿਆਂ ਕੁਝ ਅਫਰੀਕੀ ਦੇਸ਼ਾਂ ਉੱਪਰ ਉਡਾਨਾਂ ਸੰਬੰਧੀ ਰੋਕ ਲਗਾਈ ਗਈ ਹੈ, ਜਿਸ ਫੈਸਲੇ ਨੂੰ ਵਾਪਸ ਲੈਣ ਦੀ ਇਹਨਾਂ ਦੇਸ਼ਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ। ਕੈਨੇਡਾ ਵੱਲੋਂ ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਕਈ ਅਫਰੀਕਨ ਦੇਸ਼ਾਂ ਉੱਪਰ ਯਾਤਰਾ ਪਾਬੰਦੀ ਲਗਾ ਦਿੱਤੀ ਗਈ। ਹੁਣ ਇਹਨਾਂ ਦੇਸ਼ਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡਾ ਇਸ ਉਡਾਨਾਂ ਦੇ ਉੱਪਰ ਲਗਾਈ ਗਈ ਰੋਕ ਨੂੰ ਵਾਪਸ ਲਵੇ। ਇਸ ਤੋਂ ਇਲਾਵਾ ਵੈਕਸੀਨ ਇਕੁਇਟੀ ਉੱਪਰ ਧਿਆਨ ਦੇਣ ਵਾਸਤੇ ਕਿਹਾ ਗਿਆ ਹੈ। ਦਰਅਸਲ ਕੈਨੇਡਾ ਵੱਲੋਂ ਕੁਝ ਦੇਸ਼ਾਂ ਉੱਪਰ ਜੋ ਯਾਤਰਾ ਪਾਬੰਦੀ ਲਗਾਈ ਗਈ ਹੈ, ਉਸ ਤੋਂ ਬਾਅਦ ਬਲੈਕ ਸਾਇੰਟਿਸਟ ਟਾਸਕ ਫੋਰਸ ਔਨ ਵੈਕਸੀਨ ਇਕੁਇਟੀ ਦੇ ਚੇਅਰ ਵੱਲੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਗਿਆ ਕਿ ਫੈਡਰਲ ਸਰਕਾਰ ਨੂੰ ਯਾਤਰਾ ਪਾਬੰਦੀਆਂ ਹਟਾਉਣੀਆਂ ਚਾਹੀਦੀਆਂ ਨੇ। ਹੁਣ ਕਈ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਉੱਪਰ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੂੰ ਧਿਆਨ ਵਿੱਚ ਰੱਖਦਿਆਂ ਫੈਡਰਲ ਸਰਕਾਰ ਵੱਲੋਂ ਪਾਬੰਦੀ ਲਗਾਈ ਗਈ ਹੈ। ਹੁਣ ਇਸ ਪਾਬੰਦੀ ਵਿੱਚ ਰਾਹਤ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਾਊਥ ਅਫਰੀਕੀ ਦੇਸ਼ਾਂ ਤੋਂ ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਇਆ, ਜਿਸ ਨੂੰ ਓਮਿਕਰੌਨ ਵੇਰੀਐਂਟ ਦਾ ਨਾਮ ਦਿੱਤਾ ਗਿਆ ਹੈ। ਇਸ ਵੇਰੀਐਂਟ ਨੂੰ ਲੈ ਕੇ WHO ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਨੇ, ਪਰ ਕੈਨੇਡਾ ਵਿੱਚ ਇਸ ਨੂੰ ਲੈ ਕੇ ਚਿੰਤਾ ਵੀ ਦੇਖਣ ਨੂੰ ਮਿਲ ਰਹੀ ਹੈ। ਜਦੋਂ ਇਹ ਵੇਰੀਐਂਟ ਸਾਹਮਣੇ ਆਇਆ ਤਾਂ ਬਾਕੀ ਦੇਸ਼ਾਂ ਵਾਂਗ ਕੈਨੇਡਾ ਵੱਲੋਂ ਵੀ ਯਾਤਰਾ ਸੰਬੰਧੀ ਸਖਤੀ ਕੀਤੀ ਗਈ, ਪਰ ਇਸ ਬਾਰੇ ਹੁਣ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡਾ ਵੱਲੋਂ ਇਸ ਰੋਕ ਨੂੰ ਹਟਾ ਦੇਣਾ ਚਾਹੀਦਾ ਹੈ। ਜਾਣਕਾਰੀ ਮੁਤਾਬਕ ਕੈਨੇਡਾ ਵੱਲੋਂ ਕੋਵੈਕਸ ਦੇ ਜ਼ਰੀਏ ਕਈ ਮਿਲੀਅਨ ਡੋਜ਼ਜ਼ ਦਾਨ ਕੀਤੀਆਂ ਜਾਣਗੀਆਂ। 5 ਦਸੰਬਰ ਤੱਕ ਕੈਨੇਡਾ ਵੱਲੋਂ 9.1 ਮਿਲੀਅਨ ਡੋਜ਼ਜ਼ ਸ਼ਿਪ ਕੀਤੀਆਂ ਗਈਆਂ। ਹੁਣ ਇਸ ਬਾਰੇ ਕੈਂਟੀ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਇਸ ਵੈਕਸੀਨ ਦੇ ਵਾਅਦੇ ਦੇ ਨਾਲ ਯਾਤਰਾ ਸੰਬੰਧੀ ਪਾਬੰਦੀਆਂ ਵੀ ਹਟਾ ਦੇਣੀਆਂ ਚਾਹੀਦੀਆਂ ਨੇ। ਇਸ ਹਫ਼ਤੇ ਇੱਕ ਅਜਿਹਾ ਪੋਲ ਸਾਹਮਣੇ ਆਇਆ ਜਿਸ ਵਿੱਚ ਪਤਾ ਚੱਲਿਆ ਕਿ ਜ਼ਿਆਦਾਤਰ ਕੈਨੇਡੀਅਨਸ ਸਖਤੀਆਂ ਦੇ ਪੱਖ ਵਿੱਚ ਹਨ। ਪੋਲ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਕੈਨੇਡੀਅਨਸ ਚਾਹੁੰਦੇ ਨੇ ਕਿ ਜੋ ਇਸ ਸਮੇਂ ਸਥਿਤੀ ਬਣੀ ਹੋਈ ਹੈ, ਜੋ ਨਵਾਂ ਕੋਰੋਨਾ ਵਾਇਰਸ ਦਾ ਰੂਪ ਸਾਹਮਣੇ ਆਇਆ, ਉਸ ਤੋਂ ਬਾਅਦ ਸਖਤੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਵਿੱਚ ਹੋਰ ਕੀ ਦੱਸਿਆ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਹੁਣ ਆਮ ਲੋਕਾਂ ਵਿੱਚ ਵੀ ਚਿੰਤਾ ਦੇਖਣ ਨੂੰ ਮਿਲ ਰਹੀ ਹੈ। ਇਸ ਬਾਰੇ ਇੱਕ ਤਾਜ਼ਾ ਪੋਲ ਸਾਹਮਣੇ ਆਇਆ, ਜਿਸ ਦੇ ਮੁਤਾਬਕ ਜ਼ਿਆਦਾਤਰ ਕੈਨੇਡੀਅਨਸ ਯਾਤਰਾ ਸੰਬੰਧੀ ਸਖਤ ਪਾਬੰਦੀਆਂ ਦੇ ਹੱਕ ਵਿੱਚ ਹਨ। 5 ਵਿੱਚੋਂ 4 ਰਿਸਪੋਂਡੈਂਟਸ ਅਜਿਹੇ ਹਨ ਜਿਨ੍ਹਾਂ ਦਾ ਮੰਨਣਾ ਹੈ ਕਿ ਯਾਤਰਾ ਸੰਬੰਧੀ ਸਖਤੀ ਕੀਤੀ ਜਾਣੀ ਹੈ। ਦਰਅਸਲ ਲੈਜਰ ਐਂਡ ਦ ਐਸੋਸੀਏਸ਼ਨ ਵੱਲੋਂ ਕੈਨੇਡੀਅਨ ਸਟੱਡੀਜ਼ ਵਾਸਤੇ ਇੱਕ ਸਰਵੇ ਕਰਵਾਇਆ ਗਿਆ, ਜਿਸ ਦੇ ਵਿੱਚ ਪਤਾ ਚੱਲਿਆ ਕਿ ਕਿੰਨੇ ਲੋਕ ਚਾਹੁੰਦੇ ਨੇ ਕਿ ਬਾਰਡਰ ਜਾਂ ਫਿਰ ਏਅਰ ਰਾਹੀਂ ਆਉਣ ਵਾਲੇ ਯਾਤਰੀਆਂ ਤੇ ਸਖਤੀਆਂ ਕੀਤੀਆਂ ਜਾਣ। ਇਸ ਪੋਲ ਵਿੱਚ 1547 ਕੈਨੇਡੀਅਨਸ ਨੂੰ ਸ਼ਾਮਿਲ ਕੀਤਾ ਗਿਆ ਤੇ ਇਹ 3 ਦਸੰਬਰ ਤੋਂ 5 ਦਸੰਬਰ ਦੇ ਦਰਮਿਆਨ ਕਰਵਾਇਆ ਗਿਆ। ਇਸ ਪੋਲ ਤਹਿਤ 44% ਕੈਨੇਡੀਅਨਸ ਇਹ ਮੰਨਦੇ ਹਨ ਕਿ ਓਮਿਕਰੌਨ ਦਾ ਮੌਜੂਦਾ ਸਥਿਤੀ ਉੱਪਰ ਪ੍ਰਭਾਵ ਪੈਣਾ ਹੈ, ਜਿਸ ਦਾ ਮਤਲਬ ਹੈ ਕਿ ਇਸ ਨਾਲ ਕੋਰੋਨਾ ਦੇ ਮਾਮਲੇ ਵੱਧ ਦਰਜ ਕੀਤੇ ਜਾਣਗੇ। ਇਸੇ ਪੋਲ ਦੇ ਮੁਤਾਬਕ 88% ਕੈਨੇਡੀਅਨਸ ਦਾ ਮੰਨਣਾ ਹੈ ਕਿ ਮੁੜ ਤੋਂ ਸਖਤੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਤੇ ਟੈਂਪਰੇਰੀ ਲਾਕਡਾਊਨ ਵੀ ਕੈਨੇਡਾ ਵਿੱਚ ਲਗਾਇਆ ਜਾ ਸਕਦਾ ਹੈ ਤਾਂ ਕਿ ਇਸ ਵੇਰੀਐਂਟ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਜ਼ਿਆਦਾਤਰ ਰਿਸਪੋਂਡੈਂਟਸ ਇਸ ਪੱਖ ਵਿੱਚ ਨਜ਼ਰ ਆ ਰਹੇ ਨੇ ਜਿਨ੍ਹਾਂ ਵੱਲੋਂ ਬਾਰਡਰ ਬੰਦ ਕਰਨ ਵਾਸਤੇ ਕਿਹਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਕੈਨੇਡੀਅਨਸ ਬੂਸਟਰ ਸ਼ਾਟ ਦੇ ਪੱਖ ਦੇ ਵਿੱਚ ਵੀ ਨਜ਼ਰ ਆ ਰਹੇ ਹਨ। IRCC ਵੱਲੋਂ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। PNP ਸਪੈਸੀਫਿਕ ਡਰਾਅ ਕੱਢਿਆ ਗਿਆ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਡਰਾਅ ਸੀ। ਆਮ ਤੌਰ ਦੇ ਉੱਪਰ 1000 ਤੋਂ ਘੱਟ ਇਨਵੀਟੇਸ਼ਨ ਮਿਲਦੇ ਨੇ, ਪਰ ਇਸ ਵਿੱਚ 1000 ਤੋਂ ਵੱਧ ਸੱਦੇ ਜਾਰੀ ਕੀਤੇ ਗਏ। IRCC ਵੱਲੋਂ ਹੁਣ ਤੱਕ ਦੇ ਵੱਡੇ ਐਕਸਪ੍ਰੈਸ ਐਂਟਰੀ PNP ਸਪੈਸੀਫਿਕ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਡਰਾਅ ਦਾ ਐਲਾਨ 10 ਦਸੰਬਰ ਨੂੰ ਕੀਤਾ ਗਿਆ, ਜਿਸ ਵਿੱਚ 1032 ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਦੱਸ ਦਈਏ ਕਿ 2015 ਤੋਂ ਇਮੀਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਹੁਣ ਤੱਕ 38 PNP ਸਪੈਸੀਫਿਕ ਡਰਾਅ ਕੱਢੇ ਗਏ। ਇਨ੍ਹਾਂ ਡਰਾਅਸ ਦੇ ਵਿੱਚ ਅਕਸਰ 1000 ਤੋਂ ਘੱਟ ਇਨਵੀਟੇਸ਼ਨ ਦਿੱਤੇ ਜਾਂਦੇ ਹਨ, ਪਰ 10 ਦਸੰਬਰ ਨੂੰ ਹੁਣ ਤੱਕ ਦਾ ਵੱਡਾ PNP ਸਪੈਸੀਫਿਕ ਡਰਾਅ ਕੱਢਿਆ ਗਿਆ। ਇਸ ਤੋਂ ਪਹਿਲਾਂ ਜੋ ਜੂਨ 23 ਨੂੰ ਡਰਾਅ ਐਲਾਨ ਕੀਤਾ ਗਿਆ ਸੀ, ਉਸ ਵਿੱਚ 1002 ਇਨਵੀਟੇਸ਼ਨ ਦਿੱਤੇ ਗਏ, ਪਰ ਇਸ ਵਾਰ ਦੇ ਡਰਾਅ ਵਿੱਚ 1032 ਸੱਦੇ ਜਾਰੀ ਕੀਤੇ ਗਏ ਹਨ।
ਸਤੰਬਰ ਮਹੀਨੇ ਤੋਂ IRCC ਵੱਲੋਂ PNP ਸਪੈਸੀਫਿਕ ਡਰਾਅ ਹੀ ਕੱਢੇ ਜਾ ਰਹੇ ਹਨ। ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਦਾ ਸਤੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਅਜੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ ਜੋ PNP ਸਪੈਸੀਫਿਕ ਡਰਾਅ ਕੱਢਿਆ ਗਿਆ ਸੀ ਉਸ ਵਿੱਚ IRCC ਵੱਲੋਂ 613 ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ, ਜਿਸ ਵਾਸਤੇ ਉਹਨਾਂ ਨੂੰ 737 ਸਕੋਰਸ ਦੀ ਜ਼ਰੂਰਤ ਸੀ। ਜਾਣਕਾਰੀ ਲਈ ਦੱਸ ਦਈਏ ਕਿ 27 ਅਕਤੂਬਰ ਤੱਕ ਜੋ ਜਾਣਕਾਰੀ ਸਾਂਝੀ ਕੀਤੀ ਗਈ ਉਸ ਮੁਤਾਬਕ 1,38,000 ਐਕਸਪ੍ਰੈਸ ਐਂਟਰੀ ਲਿੰਕਡ ਪ੍ਰੋਗਰਾਮਸ ਦਾ ਬੈਕਲੌਗ ਦੱਸਿਆ ਗਿਆ ਹੈ। ਡਾਟਾ ਦੇ ਮੁਤਾਬਕ ਸਤੰਬਰ ਅਤੇ ਅਕਤੂਬਰ ਮਹੀਨੇ ਮੁਤਾਬਕ IRCC ਵੱਲੋਂ 1,700 PNP ਐਪਲੀਕੇਸ਼ਨਸ ਹਰ ਮਹੀਨੇ ਪ੍ਰੋਸੈਸ ਕੀਤੀਆਂ ਜਾ ਰਹੀਆਂ ਹਨ। ਪੈਂਡੈਮਿਕ ਤੋਂ ਲੈ ਕੇ ਹੁਣ ਤੱਕ ਕੈਨੇਡਾ ਵੱਲੋਂ 34 PNP ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾਅ ਕੱਢੇ ਗਏ, ਜਿਨ੍ਹਾਂ ਵਿੱਚ ਕੁੱਲ 18,817 ਉਮੀਦਵਾਰਾਂ ਨੂੰ PR ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੈਨੇਡਾ ਵੱਲੋਂ 27 ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਵੀ ਕੱਢੇ ਗਏ, ਜਿਸ ਵਿੱਚ ਕੁੱਲ 1,33,868 ਇਨਵੀਟੇਸ਼ਨ ਦਿੱਤੇ ਗਏ। ਇਸ ਤੋਂ ਇਲਾਵਾ 11 ਡਰਾਅ ਅਜਿਹੇ ਵੀ ਕੱਢੇ ਗਏ ਜਿਸ ਵਿੱਚ ਸਾਰੇ ਪ੍ਰੋਗਰਾਮ ਤਹਿਤ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਇਸ ਵਿੱਚ ਫੈਡਰਲ ਸਕਿਲਡ ਲੈਵਲ ਵਰਕਰ ਪ੍ਰੋਗਰਾਮ ਵੀ ਸ਼ਾਮਿਲ ਹੈ। ਹੁਣ ਦੂਜੇ ਪਾਸੇ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਹੋਰ ਵੱਡਾ ਡਰਾਅ ਕੱਢਿਆ ਜਾਵੇ ਜਾਂ ਇਮੀਗ੍ਰੇਸ਼ਨ ਵਿਭਾਗ ਵੱਲੋਂ 13 ਫਰਵਰੀ ਵਰਗਾ ਕੋਈ ਸਰਪ੍ਰਾਈਜ਼ ਦਿੱਤਾ ਜਾ ਸਕਦਾ ਹੈ, ਜਦੋਂ ਇੱਕੋ ਵਾਰ ਵਿੱਚ 27,332 ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ ਸਨ। ਇਸ ਹਫ਼ਤੇ ਜਾਣਕਾਰੀ ਸਾਹਮਣੇ ਆਈ ਕਿ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਅੰਦਰ ਹੋਰ ਵੀ ਮਹਿੰਗਾਈ ਹੋ ਸਕਦੀ ਹੈ। ਅਗਲੇ ਸਾਲ ਖਾਣ ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਵਿੱਚ ਹੋਰ ਵੀ ਵਾਧਾ ਦਰਜ ਕੀਤਾ ਜਾ ਸਕਦਾ ਹੈ। ਪੈਂਡੈਮਿਕ ਦੇ ਕਾਰਨ ਪਹਿਲਾਂ ਹੀ ਇਹਨਾਂ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਕਾਫੀ ਜ਼ਿਆਦਾ ਨੇ ਤੇ ਹੁਣ ਬਾਰੇ ਇੱਕ ਇਸ ਹਫ਼ਤੇ ਰਿਪੋਰਟ ਸਾਹਮਣੇ ਆਈ ਜਿਸ ਵਿੱਚ ਦੱਸਿਆ ਗਿਆ ਕਿ 2022 ਤੱਕ ਖਾਣ ਦੀਆਂ ਚੀਜ਼ਾਂ ਹੋਰ ਮਹਿੰਗੀਆਂ ਹੋ ਸਕਦੀਆਂ ਨੇ। ਕੈਨੇਡਾ ਤੋਂ ਵਧ ਰਹੀਆਂ ਚੀਜ਼ਾਂ ਦੀ ਕੀਮਤ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ। ਕੈਨੇਡਾ ਵਿੱਚ ਫੂਡ ਦੀਆਂ ਕੀਮਤਾਂ ਵਿੱਚ ਹੋਰ ਵਾਧੇ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਹ ਵਾਧਾ 2022 ਦੌਰਾਨ ਹੋ ਸਕਦਾ ਹੈ। ਦੱਸ ਦਈਏ ਕਿ ਪੈਂਡੈਮਿਕ ਕਾਰਨ ਸਾਲ 2021 ਵਿੱਚ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਕਾਫੀ ਜ਼ਿਆਦਾ ਮਹਿੰਗਾਈ ਦਰਜ ਕੀਤੀ ਗਈ ਹੈ ਤੇ ਹੁਣ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਆਉਂਦੇ ਸਾਲ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ, ਜਿਸ ਦਾ ਮਤਲਬ ਹੈ ਕਿ 2022 ਦੇ ਵਿੱਚ ਹੋਰ ਵੀ ਕੀਮਤਾਂ ਵੱਧ ਸਕਦੀਆਂ ਨੇ। ਕੈਨੇਡਾ ਦੇ ਫੂਡ ਪ੍ਰਾਈਸ ਗਾਈਡ, ਡਲਹੌਜ਼ੀ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਗੁਆਲਫ ਵੱਲੋਂ ਇਸ ਤਰ੍ਹਾਂ ਦੀ ਰਿਪੋਰਟ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਵੱਲੋਂ ਮਹਿੰਗਾਈ ਬਾਰੇ ਅੰਦਾਜ਼ਾ ਲਗਾਇਆ ਗਿਆ। ਦਰਅਸਲ ਕੋਰੋਨਾ ਵਾਇਰਸ ਕਾਰਨ ਜੋ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ ਤੇ ਸਪਲਾਈ ਚੇਨ ਨੂੰ ਲੈ ਕੇ ਜਿਹੜੀ ਸਮੱਸਿਆ ਸਾਹਮਣੇ ਆਈ ਹੈ ਉਸ ਤੋਂ ਬਾਅਦ ਫੂਡ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਜੋ ਗਰਮੀਆਂ ਦੇ ਮੌਸਮ ਵਿੱਚ ਰਿਕਾਰਡ ਤੋੜ ਗਰਮੀ ਪਈ ਹੈ ਉਸ ਕਾਰਨ ਵੀ ਖੇਤੀਬਾੜੀ ਸੈਕਟਰ ਦੇ ਉੱਪਰ ਅਸਰ ਦਿਖਾਈ ਦਿੱਤਾ। ਦਸੰਬਰ 2020 ਵਿੱਚ ਰਿਪੋਰਟ ਨੇ 2021 ਦੌਰਾਨ ਫੂਡ ਦੀਆਂ ਕੀਮਤਾਂ ਵਿੱਚ 3 ਤੋਂ 5% ਵਾਧੇ ਦਾ ਅੰਦਾਜ਼ਾ ਲਗਾਇਆ ਸੀ। ਤਾਜ਼ਾ ਰਿਪੋਰਟ ਮੁਤਾਬਕ ਅਨੁਮਾਨ ਅੰਕੜੇ $106 ਹੀ ਵੱਧ ਰਹੇ ਹਨ। ਦੱਸਿਏ ਕਿ ਗ੍ਰੋਸਰੀ ਦੇ ਬਿੱਲ ਵਿੱਚ ਵੀ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜਿਸ ਦੇ ਬਾਰੇ ਲੋਕ ਆਪਣੇ ਵਿਚਾਰ ਦੱਸਦੇ ਹੋਏ ਵੀ ਦਿਖਾਈ ਦੇ ਰਹੇ ਨੇ ਕਿ ਕਿਸ ਤਰ੍ਹਾਂ ਪਹਿਲਾਂ ਦੇ ਮੁਕਾਬਲੇ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਧੀਆਂ ਜਾ ਰਹੀਆਂ ਹਨ। ਰਿਪੋਰਟ ਮੁਤਾਬਕ ਡੇਅਰੀ ਵਿੱਚ 2022 ਦੌਰਾਨ 6 ਤੋਂ 8% ਦਾ ਵਾਧਾ, ਰੈਸਟੋਰੈਂਟ ਵਿੱਚ 6 ਤੋਂ 8% ਦਾ ਵਾਧਾ, ਬੇਕਰੀ ਵਿੱਚ 5 ਤੋਂ 7% ਦਾ ਵਾਧਾ, ਸਬਜ਼ੀਆਂ ਵਿੱਚ 5 ਤੋਂ 7% ਦਾ ਵਾਧਾ, ਫਲਾਂ ਵਿੱਚ 3 ਤੋਂ 5%, ਬਾਕੀ ਚੀਜ਼ਾਂ ਵਿੱਚ 2 ਤੋਂ 4%, ਮੀਟ ਵਿੱਚ 0 ਤੋਂ 2%, ਸੀ ਫੂਡ ਦੇ ਵਿੱਚ 0 ਤੋਂ 2% ਤੱਕ ਦੀ ਮਹਿੰਗਾਈ ਬਾਰੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਹਫ਼ਤੇ ਪੁਲਿਸ ਨੂੰ ਨਸ਼ੇ ਦੇ ਮਾਮਲੇ ਦੇ ਸੰਬੰਧ ਵਿੱਚ ਵੱਡੀ ਸਫਲਤਾ ਹੱਥ ਲੱਗੀ। ਉਹਨਾਂ ਵੱਲੋਂ ਨਸ਼ੇ ਦੇ ਸੰਬੰਧ ਵਿੱਚ 9 ਜਾਣੇ ਗ੍ਰਿਫਤਾਰ ਕੀਤੇ ਗਏ। ਇਹਨਾਂ 9 ਜਾਣਿਆਂ ਵਿੱਚ 6 ਪੰਜਾਬੀ ਦੱਸੇ ਗਏ ਜਿਨ੍ਹਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਨਸ਼ਿਆਂ ਦੇ ਮਾਮਲੇ ਦੇ ਸੰਬੰਧ ਵਿੱਚ ਹੁਣ ਪੰਜਾਬੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵੱਲੋਂ ਨਸ਼ਿਆਂ ਖਿਲਾਫ 18 ਮਹੀਨਿਆਂ ਤੋਂ ਜਾਂਚ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਇਸ ਸੰਬੰਧੀ 9 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਵਿੱਚ 6 ਪੰਜਾਬੀਆਂ ਦਾ ਨਾਮ ਸਾਹਮਣੇ ਆਇਆ। ਇਨ੍ਹਾਂ ਪੰਜਾਬੀਆਂ ਦੇ ਨਾਮ ਵੀ ਪੁਲਿਸ ਵੱਲੋਂ ਜਨਤਕ ਕੀਤੇ ਗਏ ਨੇ। ਦਰਅਸਲ ਇਸ ਬਾਰੇ ਕੈਲਗਰੀ ਦੀ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਡਰੱਗ ਟ੍ਰੈਫਿਕਿੰਗ ਦੇ ਸੰਬੰਧ ਵਿੱਚ ਉਨ੍ਹਾਂ ਵੱਲੋਂ 18 ਮਹੀਨਿਆਂ ਤੋਂ ਜਾਂਚ ਕੀਤੀ ਜਾ ਰਹੀ ਸੀ। ਇਸ ਤਹਿਤ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਹਥਿਆਰ ਅਤੇ ਹਿੰਸਾ ਨਾਲ ਜੁੜੇ ਹੋਏ 9 ਜਾਣੇ ਗ੍ਰਿਫਤਾਰ ਕੀਤੇ ਗਏ। ਜਾਣਕਾਰੀ ਮੁਤਾਬਕ ਕੈਲਗਰੀ ਦੀ ਪੁਲਿਸ ਵੱਲੋਂ ਸਸਕੈਟੂਨ ਇੰਟੀਗ੍ਰੇਟਿਡ ਕ੍ਰਾਈਮ ਰਿਡਕਸ਼ਨ ਟੀਮ ਨਾਲ ਮਿਲ ਕੇ 18 ਮਹੀਨੇ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਦੇ ਹੱਥ ਵੱਡੀ ਕਾਮਯਾਬੀ ਲੱਗੀ। ਇਨ੍ਹਾਂ ਦੋਹਾਂ ਵੱਲੋਂ 9 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਉੱਪਰ 73 ਚਾਰਜ ਲਗਾਏ ਗਏ। ਹੁਣ ਜਿਹੜੇ ਗ੍ਰਿਫਤਾਰ ਕੀਤੇ ਗਏ ਉਨ੍ਹਾਂ ਵਿੱਚ 6 ਪੰਜਾਬੀਆਂ ਦੇ ਨਾਮ ਸਾਹਮਣੇ ਆਏ ਹਨ। ਇਨ੍ਹਾਂ ਉੱਪਰ ਅੰਤਰਰਾਸ਼ਟਰੀ ਡਰੱਗ ਟ੍ਰੈਫਿਕਿੰਗ, ਗੈਰ ਕਾਨੂੰਨੀ ਹਥਿਆਰ ਅਤੇ ਹਿੰਸਾ ਕਰਨ ਦੇ ਦੋਸ਼ ਲਗਾਏ ਗਏ। ਪੁਲਿਸ ਵੱਲੋਂ ਜਿਨ੍ਹਾਂ ਨੂੰ ਚਾਰਜ ਤੇ ਗ੍ਰਿਫਤਾਰ ਕੀਤਾ ਗਿਆ ਉਨ੍ਹਾਂ ਦੇ ਨਾਮ ਵੀ ਦੱਸੇ ਗਏ। ਜਿਹੜੇ ਪੰਜਾਬੀਆਂ ਦੇ ਨਾਮ ਸਾਹਮਣੇ ਆਏ ਨੇ
ਉਹਨਾਂ ਦੇ ਨਾਂ ਕੁਝ ਇਸ ਤਰ੍ਹਾਂ ਹਨ। ਅਮਨਦੀਪ ਸੱਗੂ, ਜਿਸ ਦੀ ਉਮਰ 31 ਸਾਲ, ਰਵਨੀਤ ਗਿੱਲ, ਜਿਸ ਦੀ ਉਮਰ 25 ਸਾਲ, ਪ੍ਰਭਜੋਤ ਭੱਟੀ, ਜਿਸ ਦੀ ਉਮਰ 22 ਸਾਲ, ਜਰਮਨਜੀਤ ਦੇਤਵਾਸ, ਜਿਸ ਦੀ ਉਮਰ 23 ਸਾਲ, ਜਸਕਰਨ ਸਿੱਧੂ, ਜਿਸ ਦੀ ਉਮਰ 22 ਸਾਲ, ਜਸਮਨ ਧਾਲੀਵਾਲ, ਜਿਸ ਦੀ ਉਮਰ 19 ਸਾਲ। ਇਸ ਤੋਂ ਇਲਾਵਾ ਜਿਹੜੇ ਹੋਰ ਗ੍ਰਿਫਤਾਰ ਕੀਤੇ ਗਏ ਉਹਨਾਂ ਦੇ ਨਾਮ ਸਟੀਵਨ ਵਾਈਟ 27 ਸਾਲ, ਇਰਖਮ ਫਾਰੂਕ, ਜਿਸ ਦੀ ਉਮਰ 23 ਸਾਲ ਅਤੇ ਇਆਜ਼ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਨਸ਼ਾ, ਹਥਿਆਰ ਅਤੇ ਨਕਦੀ ਪੁਲਿਸ ਵੱਲੋਂ ਬਰਾਮਦ ਕੀਤੀ ਗਈ। ਬ੍ਰਿਟਿਸ਼ ਕੋਲੰਬੀਆ ਵਿੱਚ ਓਵਰਡੋਜ਼ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਥੇ ਕਈ ਜਾਨਾਂ ਓਵਰਡੋਜ਼ ਦੇ ਕਾਰਨ ਹੋ ਰਹੀਆਂ ਨੇ। ਬ੍ਰਿਟਿਸ਼ ਕੋਲੰਬੀਆ ਕਾਰਨਰਸ ਸਰਵਿਸ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਅਕਤੂਬਰ ਮਹੀਨੇ ਓਵਰਡੋਜ਼ ਕਾਰਨ ਕਿੰਨਿਆਂ ਲੋਕਾਂ ਦੀ ਮੌਤ ਹੋ ਗਈ। ਪਹਿਲਾਂ ਦੇ ਮੁਕਾਬਲੇ ਇਹ ਗਿਣਤੀ ਕਾਫੀ ਜ਼ਿਆਦਾ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਅਕਤੂਬਰ ਮਹੀਨੇ ਓਵਰਡੋਜ਼ ਨੇ ਕਈ ਜਾਨਾਂ ਲੈ ਲਈਆਂ। ਜਾਣਕਾਰੀ ਮੁਤਾਬਕ ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਮਹੀਨੇ ਓਵਰਡੋਜ਼ ਕਾਰਨ 201 ਦੇ ਕਰੀਬ ਜਾਨਾਂ ਚਲੀਆਂ ਗਈਆਂ। ਅਜਿਹਾ ਅਕਤੂਬਰ ਮਹੀਨੇ ਪਹਿਲੀ ਵਾਰ ਹੋਇਆ ਜਦੋਂ ਰਿਕਾਰਡ ਤੋੜ ਮੌਤਾਂ ਇੱਕੋ ਮਹੀਨੇ ਦੌਰਾਨ ਹੋਈਆਂ ਹੋਣ। ਇਹ ਡਾਟਾ ਬ੍ਰਿਟਿਸ਼ ਕੋਲੰਬੀਆ ਕਾਰਨਰਸ ਸਰਵਿਸ ਵੱਲੋਂ ਜਾਰੀ ਕੀਤਾ ਗਿਆ, ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਅਕਤੂਬਰ ਮਹੀਨੇ ਦੌਰਾਨ ਕਿੰਨੇ ਲੋਕਾਂ ਦੀ ਜਾਨ ਓਵਰਡੋਜ਼ ਨੇ ਲੈ ਲਈ। ਤਾਜ਼ਾ ਜਾਣਕਾਰੀ ਤੋਂ ਬਾਅਦ ਹੁਣ ਤੱਕ ਜਾਣੀ ਕਿ ਸਾਲ 2021 ਦੌਰਾਨ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਗਿਣਤੀ 1782 ਉੱਪਰ ਪਹੁੰਚ ਗਈ। ਸਾਲ 2020 ਦੇ ਪਹਿਲੇ 10 ਮਹੀਨਿਆਂ ਦੇ ਮੁਕਾਬਲੇ ਇਸ ਵਾਰ 344 ਵੱਧ ਮੌਤਾਂ ਇਸ ਕਾਰਨ ਹੋਈਆਂ ਨੇ। ਜਿਨ੍ਹਾਂ ਲੋਕਾਂ ਦੀ ਓਵਰਡੋਜ਼ ਦੇ ਕਾਰਨ ਮੌਤ ਹੋਈ ਹੈ, ਉਹਨਾਂ ਵਿੱਚੋਂ 71% 30 ਸਾਲ ਤੋਂ 59 ਸਾਲ ਦੇ ਵਿਚਕਾਰ ਸਨ ਤੇ 79% ਗਿਣਤੀ ਮੇਲਸ ਦੀ ਦੱਸੀ ਗਈ ਹੈ। ਕਾਰਨਰਸ ਸਰਵਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਦੇਖਿਆ ਜਾ ਸਕਦਾ ਹੈ ਕਿ ਓਵਰਡੋਜ਼ ਦੇ ਕਾਰਨ ਜ਼ਿਆਦਾਤਰ ਮੇਲਸ ਦੀ ਹੀ ਮੌਤ ਹੋ ਰਹੀ ਹੈ। ਉਹਨਾਂ ਦੀ ਤੁਲਨਾ ਦੇ ਵਿੱਚ ਅਜੇ ਔਰਤਾਂ ਦੀ ਗਿਣਤੀ ਘੱਟ ਹੈ। ਅਕਤੂਬਰ 2021 ਦੌਰਾਨ 381 ਔਰਤਾਂ ਦੀ ਇਲਿਸਿਟ ਡਰੱਗ ਓਵਰਡੋਜ਼ ਦੇ ਕਾਰਨ ਮੌਤ ਹੋਈ ਹੈ, ਜੋ ਕਿ 2020 ਦੇ ਮੁਕਾਬਲੇ ਵੱਧ ਦੱਸੀ ਜਾ ਰਹੀ ਹੈ। ਇਸ ਸਾਲ ਦੌਰਾਨ 334 ਜਾਨਾਂ ਇਸ ਓਵਰਡੋਜ਼ ਕਾਰਨ ਔਰਤਾਂ ਦੀਆਂ ਗਈਆਂ ਸਨ। ਇਸ ਤੋਂ ਇਲਾਵਾ ਮੇਲਸ ਜਿਨ੍ਹਾਂ ਦੀ ਓਵਰਡੋਜ਼ ਕਾਰਨ ਇਸ ਸਾਲ ਮੌਤ ਹੋਈ ਹੈ, ਉਹਨਾਂ ਦੀ ਗਿਣਤੀ 1400 ਹੈ, ਜਦਕਿ ਪਿਛਲੇ ਸਾਲ ਇਹ ਅੰਕੜਾ 1431 ਦਾ ਸੀ। ਜਾਣਕਾਰੀ ਮੁਤਾਬਕ 2021 ਦੌਰਾਨ 84% ਫੈਂਟਨਲ ਕਾਰਨ ਮੌਤਾਂ ਹੋਈਆਂ ਨੇ। ਕੋਕੇਨ ਕਾਰਨ 47.9%, ਓਪੀਓਇਡ ਕਾਰਨ 29.4%, ਐਲਕੋਹਲ ਕਾਰਨ 27.9%। ਇਸ ਤੋਂ ਇਲਾਵਾ ਹੋਰ ਕਈ ਨਸ਼ਿਆਂ ਕਾਰਨ ਵੀ ਕਈ ਮੌਤਾਂ ਹੋਈਆਂ ਨੇ। ਓਨਟਾਰੀਓ ਵੱਲੋਂ ਜੋ ਪੈਂਡੈਮਿਕ ਦੌਰਾਨ ਪੇਡ ਸਿਕ ਲੀਵ ਡੇਜ਼ ਪ੍ਰੋਗਰਾਮ ਲਿਆਂਦਾ ਗਿਆ ਸੀ, ਇਸ ਵਿੱਚ ਹੁਣ ਵਾਧਾ ਕੀਤਾ ਗਿਆ ਹੈ। ਵਰਕਰਾਂ ਦੇ ਵਾਸਤੇ ਜੋ ਪ੍ਰੋਗਰਾਮ ਲਿਆਂਦਾ ਗਿਆ, ਇਸ ਦੇ ਤਹਿਤ ਹੁਣ ਅਗਲੇ ਹੋਰ ਕੁਝ ਮਹੀਨਿਆਂ ਤੱਕ ਫਾਇਦਾ ਵਰਕਰਸ ਨੂੰ ਹੁੰਦਾ ਰਹੇਗਾ, ਜਿਸ ਦਾ ਮਤਲਬ ਹੈ ਕਿ ਪ੍ਰੋਗਰਾਮ ਨੂੰ ਅੱਗੇ ਐਕਸਟੈਂਡ ਕੀਤਾ ਗਿਆ। ਇਹ ਫੈਸਲਾ ਓਨਟਾਰੀਓ ਵੱਲੋਂ ਮੌਜੂਦਾ ਹਾਲਾਤ ਅਤੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਜਾ ਰਿਹਾ ਹੈ। ਓਨਟਾਰੀਓ ਸਰਕਾਰ ਵੱਲੋਂ ਪੇਡ ਸਿਕ ਲੀਵ ਵਾਸਤੇ ਵੱਡਾ ਐਲਾਨ ਕੀਤਾ ਗਿਆ। ਓਨਟਾਰੀਓ ਸਰਕਾਰ ਵੱਲੋਂ ਕੋਵਿਡ ਪੇਡ ਸਿਕ ਡੇ ਪ੍ਰੋਗਰਾਮ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਪ੍ਰੀਮੀਅਰ ਡਗਫੋਰਡ ਵੱਲੋਂ ਐਲਾਨ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਕੋਵਿਡ ਸਿਕ ਡੇ ਪ੍ਰੋਗਰਾਮ ਵਧਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੀ ਮਿਆਦ ਦਸੰਬਰ ਵਿੱਚ ਖਤਮ ਹੋਣ ਵਾਲੀ ਸੀ, ਜੋ ਕਿ ਹੁਣ ਅੱਗੇ ਵਧਾ ਦਿੱਤੀ ਗਈ ਹੈ। ਕੋਵਿਡ-19 ਵਰਕਰ ਇਨਕਮ ਪ੍ਰੋਟੈਕਸ਼ਨ ਬੈਨੀਫਿਟ ਨੂੰ ਹੁਣ 31 ਜੁਲਾਈ 2022 ਤੱਕ ਵਧਾਇਆ ਜਾ ਰਿਹਾ ਹੈ। ਹੁਣ ਇਸ ਪ੍ਰੋਗਰਾਮ ਤਹਿਤ ਸਾਰੇ ਵਰਕਰਸ 3 ਦਿਨਾਂ ਦੀ ਛੁੱਟੀ ਹਾਸਲ ਕਰ ਸਕਦੇ ਹਨ। ਦੱਸ ਦਈਏ ਕਿ ਬੀਤੇ 6 ਮਹੀਨਿਆਂ ਦੇ ਮੁਕਾਬਲੇ ਓਨਟਾਰੀਓ ਵਿੱਚ ਰੋਜ਼ਾਨਾ ਰਿਪੋਰਟ ਹੋਣ ਵਾਲੇ ਕੋਵਿਡ ਕੇਸਾਂ ਦੀ ਗਿਣਤੀ ਵਧਦੀ ਹੋਈ ਦਿਖਾਈ ਦੇ ਰਹੀ ਹੈ, ਜਿਸ ਤੋਂ ਬਾਅਦ ਹੁਣ ਸਰਕਾਰ ਨੇ ਅਜਿਹਾ ਫੈਸਲਾ ਲਿਆ ਜਿਸ ਦੇ ਵਿੱਚ ਵਰਕਰਾਂ ਨੂੰ ਫਾਇਦਾ ਹੋਵੇਗਾ। ਇਸ ਪ੍ਰੋਗਰਾਮ ਅਧੀਨ ਜਿਹੜੇ ਵਰਕਰਸ ਨੇ ਉਹਨਾਂ ਨੂੰ ਪੈਂਡੈਮਿਕ ਨਾਲ ਸੰਬੰਧਿਤ ਕਾਰਨਾਂ ਦੇ ਕਰਕੇ 3 ਦਿਨਾਂ ਦੀ ਛੁੱਟੀ ਦਿੱਤੀ ਜਾਵੇਗੀ ਤੇ ਇਸ ਦੌਰਾਨ ਉਹਨਾਂ ਦੀ ਤਨਖਾਹ ਨਹੀਂ ਕੱਟੀ ਜਾਵੇਗੀ। ਦੱਸ ਦਈਏ ਕਿ ਪਬਲਿਕ ਹੈਲਥ ਐਕਸਪਰਟਸ ਦੀ ਰਾਏ ਲੈਣ ਤੋਂ ਬਾਅਦ ਅਤੇ ਉਹਨਾਂ ਵੱਲੋਂ ਦਬਾਅ ਬਣਾਏ ਜਾਣ ਤੋਂ ਬਾਅਦ ਪ੍ਰੋਵਿੰਸ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਵੱਲੋਂ ਵਰਕਰਾਂ ਲਈ ਪ੍ਰੋਗਰਾਮ ਲਿਆਂਦਾ ਜਾ ਰਿਹਾ ਹੈ। ਇਸ ਦਾ ਐਲਾਨ ਤੀਸਰੀ ਵੇਵ ਦੌਰਾਨ ਅਪ੍ਰੈਲ ਮਹੀਨੇ ਕੀਤਾ ਗਿਆ। ਪਹਿਲਾਂ ਇਸ ਪ੍ਰੋਗਰਾਮ ਦੀ ਮਿਆਦ ਸਤੰਬਰ 2021 ਵਿੱਚ ਖਤਮ ਹੋਣੀ ਸੀ, ਪਰ ਬਾਅਦ ਦੇ ਵਿੱਚ ਸੂਬੇ ਵੱਲੋਂ ਇਸ ਨੂੰ ਅੱਗੇ ਐਕਸਟੈਂਡ ਕਰ ਦਿੱਤਾ ਗਿਆ। ਲੇਬਰ ਮਿਨਿਸਟਰੀ ਵੱਲੋਂ ਜੋ ਇਸ ਬਾਰੇ ਅੰਕੜੇ ਜਾਰੀ ਕੀਤੇ ਗਏ, ਉਸ ਮੁਤਾਬਕ ਇੰਪਲੋਇਰ ਵੱਲੋਂ 2,35,000 ਮੁਲਾਜ਼ਮਾਂ ਦੇ ਕਲੇਮ ਦਾਇਰ ਕੀਤੇ ਜਾ ਚੁੱਕੇ ਹਨ ਤੇ ਓਨਟਾਰੀਓ ਸਰਕਾਰ ਵੱਲੋਂ ਇਸ ਤਹਿਤ $80 ਮਿਲੀਅਨ ਤੋਂ ਵੱਧ ਤਨਖਾਹਾਂ ਦਿੱਤੀਆਂ ਜਾ ਚੁੱਕੀਆਂ ਨੇ। ਅਮਰੀਕਾ ਦੇ ਕਈ ਹਿੱਸੇ ਤੂਫਾਨ ਨਾਲ ਪ੍ਰਭਾਵਿਤ ਹੋਏ ਨੇ। ਕਈ ਖੇਤਰਾਂ ਵਿੱਚ ਭਾਰੀ ਤੂਫਾਨ ਆਇਆ, ਜਿਸ ਤੋਂ ਬਾਅਦ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ। ਇਨ੍ਹਾਂ ਥਾਵਾਂ ਤੇ ਜੋ ਤੂਫਾਨ ਆਇਆ ਹੈ, ਉਸ ਤੋਂ ਬਾਅਦ 50 ਤੋਂ ਵੱਧ ਮੌਤਾਂ ਦੱਸੀਆਂ ਜਾ ਰਹੀਆਂ ਨੇ ਤੇ ਕਈ ਲੋਕ ਘਰਾਂ ਤੋਂ ਬੇਘਰ ਹੋ ਗਏ। ਅਮਰੀਕਾ ਦੇ ਕਈ ਇਲਾਕਿਆਂ ਵਿੱਚ ਤੂਫਾਨ ਵੱਲੋਂ ਭਾਰੀ ਤਬਾਹੀ ਮਚਾਈ ਗਈ। ਇਸ ਤੂਫਾਨ ਕਾਰਨ ਅਮਰੀਕਾ ਦੇ ਵੱਖ-ਵੱਖ ਥਾਵਾਂ ਤੇ 70 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ।
ਅਮਰੀਕਾ ਦੇ ਕਈ ਹਿੱਸਿਆਂ ਵਿੱਚ ਇਹ ਜੋ ਤੂਫਾਨ ਆਇਆ ਉਸ ਦੇ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਇਸ ਕਾਰਨ ਅਮਰੀਕਾ ਦੇ ਕੇਂਟਕੀ ਵਿੱਚ ਐਮਰਜੈਂਸੀ ਵੀ ਲਗਾ ਦਿੱਤੀ ਗਈ ਹੈ। ਅਮਰੀਕਾ ਦੇ ਜਿਹੜੇ ਹਿੱਸੇ ਇਸ ਤੂਫਾਨ ਕਾਰਨ ਪ੍ਰਭਾਵਿਤ ਹੋਏ ਹਨ ਉੱਥੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ, ਜਿਸ ਦੀ ਜਾਣਕਾਰੀ ਵੀ ਸਮੇਂ-ਸਮੇਂ ਤੇ ਦਿੱਤੀ ਜਾ ਰਹੀ ਹੈ। ਇਸ ਬਾਰੇ ਗਵਰਨਰ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Before midnight, I declared a state of emergency. I've activated the National Guard, and we are deploying 181 guardsmen, including search and extraction and debris clearance folks. They'll be arriving in communities this morning. The Transportation Cabinet has mobilized its heavy equipment to help clear debris. They'll be assisted by the Guard and the Division of Forestry. State police have been working all night to save lives. And an IMT team of EMS, fire, and other professionals are on the way. I've also requested an immediate federal emergency declaration. And we've got 2 tractor trailers filled with water headed towards Western Kentucky. I want to thank every local EMS employee, police officer, firefighter, and first responder. This has been one of the toughest nights in Kentucky history, and some areas have been hit in ways that are hard to put into words. To all of our Kentucky families that are impacted by this, we want you to know that we are here for you. We love you. We are praying for you. Make sure people know that they are not alone, that this is one state standing strong with those that have been impacted. I'm going to turn it over to Michael Dossett from Emergency Management, and then we'll hear from our Adjutant General as well. At the moment, it looks like we're going to have to take questions via email. Those instructions have gone out because of a technical difficulty. ontario ਸਰਕਾਰ ਵੱਲੋਂ ਜੋ ਆਪਣਾ ਰੀਓਪਨਿੰਗ ਪਲਾਨ ਸਾਂਝਾ ਕੀਤਾ ਗਿਆ ਸੀ ਉਸ ਦੇ ਅਗਲੇ ਪੜਾਅ ਦੇ ਉੱਪਰ ਰੋਕ ਲਗਾਈ ਗਈ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਇਸ ਰੋਕ ਨੂੰ ਅੱਗੇ ਵਧਾ ਦਿੱਤਾ ਗਿਆ। ਦਰਅਸਲ ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਅਤੇ ontario ਵਿੱਚ 1000 ਤੋਂ ਵੱਧ ਮਾਮਲੇ ਰੋਜ਼ਾਨਾ ਸਾਹਮਣੇ ਆਉਣ ਤੋਂ ਬਾਅਦ ontario ਵੱਲੋਂ ਕਹਿ ਦਿੱਤਾ ਗਿਆ ਹੈ ਕਿ ਅਜੇ ਹੋਰ ਪਾਬੰਦੀਆਂ ਵਿੱਚ ਰਾਹਤ ਨਹੀਂ ਦਿੱਤੀ ਜਾਵੇਗੀ। ontario ਵੱਲੋਂ ਜੋ ਆਪਣੇ ਰੀਓਪਨਿੰਗ ਪਲਾਨ ਤੇ ਕੁਝ ਸਮੇਂ ਲਈ ਰੋਕ ਲਗਾਈ ਗਈ ਸੀ, ਇਸ ਰੋਕ ਨੂੰ ਹੁਣ ਅੱਗੇ ਵਧਾਇਆ ਗਿਆ ਹੈ। ਜੀ ਹਾਂ, ontario ਵਿੱਚ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਪਾਬੰਦੀਆਂ ਵਿੱਚ ਜੋ ਢਿੱਲ ਦੇਣ ਦੀ ਯੋਜਨਾ ਤਿਆਰ ਕੀਤੀ ਗਈ ਸੀ, ਉਸ ਦੇ ਪੌਜ਼ ਨੂੰ ਹੁਣ ਅੱਗੇ ਵਧਾ ਦਿੱਤਾ ਗਿਆ। ਦੱਸ ਦਈਏ ਕਿ 15 ਨਵੰਬਰ ਤੋਂ ontario ਦੀਆਂ ਕਈ ਥਾਵਾਂ ਤੇ ਕੈਪੈਸਿਟੀ ਲਿਮਿਟ ਨੂੰ ਹਟਾਇਆ ਜਾਣਾ ਸੀ। ਇਹ ਉਹ ਹਾਈ ਰਿਸਕ ਸੈਟਿੰਗ ਸਨ ਜਿੱਥੇ ਪ੍ਰੂਫ ਆਫ ਵੈਕਸੀਨੇਸ਼ਨ ਮੰਗਿਆ ਜਾਂਦਾ ਹੈ। ਪਰ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਦੇਖਦਿਆਂ ontario ਵੱਲੋਂ ਇਸ ਉੱਪਰ 28 ਦਿਨਾਂ ਲਈ ਪੌਜ਼ ਲਗਾਉਣ ਦਾ ਐਲਾਨ ਕੀਤਾ ਗਿਆ। ਇਸ ਬਾਰੇ ਹੁਣ ਜੋ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ, ਉਸ ਮੁਤਾਬਕ ਇਸ ਪੌਜ਼ ਨੂੰ ਅੱਗੇ ਤੱਕ ਵਧਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਰਕਾਰ ਦਾ ਕਹਿਣਾ ਹੈ ਕਿ ਇਸ ਸਮੇਂ ਜੋ ਓਮਿਕਰੌਨ ਵੇਰੀਐਂਟ ਨਾਲ ਸੰਬੰਧਿਤ ਮਾਮਲੇ ਸਾਹਮਣੇ ਆ ਰਹੇ ਹਨ, ਉਸ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਜਾ ਰਿਹਾ ਹੈ। ਫਿਲਹਾਲ ਇਸ ਬਾਰੇ ਕੋਈ ਵੀ ਡਾਟਾ ਸਾਂਝਾ ਨਹੀਂ ਕੀਤਾ ਗਿਆ। The science tables modeling released today has shown us that cases continue to rise, even without the Omicron variant factored in. And while hospitalization and ICU admissions are currently stable, they too will grow. While we expected to see increases as we entered the winter months, the emergence of Omicron serves as a stark reminder of just how quickly things can change and how we must always keep our guard up. We still do not know very much about this new variant. We are still learning about its transmissibility, its severity, and impact on vaccine effectiveness. And while there are many unknowns, what we do know is that the basic public health measures are effective against COVID-19 and the Delta variant, and will also be effective against Omicron. As we enter the holiday season, I'm encouraging all Ontarians to avoid large crowds, practice physical distancing, wear your mask and wear it properly, wash your hands frequently, stay home when you're sick, and get vaccinated. If you have not yet received the vaccine, please do so as soon as possible. If you're eligible for a booster dose, please book your appointment and provide yourself with an extra layer of protection. Achieving the highest vaccination rates remains our best defense against COVID-19. So let's increase that community immunity as high as we can
before the holidays start. ਕਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਕਈ ਦੇਸ਼ਾਂ ਵਿੱਚ ਚਿੰਤਾ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿੱਚ ਕਈ ਮਾਹਰ ਇਹ ਵੀ ਗੱਲ ਦੱਸਦੇ ਹੋਏ ਦਿਖਾਈ ਦੇ ਰਹੇ ਹਨ ਕਿ ਡੈਲਟਾ ਦੇ ਮੁਕਾਬਲੇ ਇਹ ਵੇਰੀਐਂਟ ਜਾਣੀ ਕਿ ਓਮਿਕਰੌਨ ਵੇਰੀਐਂਟ ਘੱਟ ਖਤਰਨਾਕ ਹੈ। ਇਸ ਬਾਰੇ ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਵੱਲੋਂ ਵੀ ਇਸ ਹਫ਼ਤੇ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਇਸ ਸਮੇਂ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਡੈਲਟਾ ਵੇਰੀਐਂਟ ਹੈ। ਕਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਇਆ ਤਾਂ ਕਈ ਦੇਸ਼ਾਂ ਵਿੱਚ ਇੱਕ ਵਾਰ ਫਿਰ ਤੋਂ ਚਿੰਤਾ ਵੱਧ ਗਈ। ਪਰ ਹੁਣ ਥੋੜੀ ਰਾਹਤ ਦੀ ਖਬਰ ਸਾਹਮਣੇ ਆ ਰਹੀ ਹੈ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਡੈਲਟਾ ਦੇ ਮੁਕਾਬਲੇ ਓਮਿਕਰੌਨ ਵੇਰੀਐਂਟ ਘੱਟ ਖਤਰਨਾਕ ਹੈ। ਹੁਣ ਇਸ ਬਾਰੇ ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਵੱਲੋਂ ਵੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਜਿੰਨਾ ਡੈਲਟਾ ਵੇਰੀਐਂਟ ਖਤਰਨਾਕ ਹੈ, ਉਸ ਦੇ ਮੁਕਾਬਲੇ ਓਮਿਕਰੌਨ ਵੇਰੀਐਂਟ ਉਨਾ ਵੱਧ ਖਤਰਨਾਕ ਨਹੀਂ ਹੈ। ਸਿਹਤ ਮੰਤਰੀ ਦਾ ਕਹਿਣਾ ਹੈ ਕਿ ਜ਼ਿਆਦਾਤਰ ਫੋਕਸ ਡੈਲਟਾ ਵੇਰੀਐਂਟ ਦੇ ਉੱਪਰ ਬਣਾਉਣਾ ਚਾਹੀਦਾ ਹੈ, ਬਜਾਏ ਓਮਿਕਰੌਨ ਵੇਰੀਐਂਟ ਤੇ। ਸਿਹਤ ਮੰਤਰੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਡੈਲਟਾ ਵੇਰੀਐਂਟ ਦਾ ਸ਼ਿਕਾਰ ਜ਼ਿਆਦਾਤਰ ਉਹ ਹੁੰਦੇ ਹਨ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਹਾਸਲ ਨਹੀਂ ਕੀਤੀ ਹੁੰਦੀ। ਹੁਣ ਤੱਕ ਜਿੰਨੇ ਵੀ ਮਾਮਲੇ ਸਾਹਮਣੇ ਆਏ ਨੇ, ਉਸ ਵਿੱਚ ਜ਼ਿਆਦਾਤਰ ਡੈਲਟਾ ਵੇਰੀਐਂਟ ਨਾਲ ਪੋਜ਼ਿਟਿਵ ਅਨਵੈਕਸੀਨੇਟਡ ਪਾਏ ਗਏ ਹਨ। ਇਸ ਦੌਰਾਨ ਉਹਨਾਂ ਵੱਲੋਂ ਬੂਸਟਰ ਸ਼ਾਟ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਦੱਸਿਆ ਕਿ 50% ਜਿਨ੍ਹਾਂ ਦੀ ਉਮਰ 70 ਸਾਲ ਅਤੇ ਇਸ ਤੋਂ ਵੱਧ ਹੈ, ਉਹਨਾਂ ਵੱਲੋਂ ਬੂਸਟਰ ਸ਼ਾਟ ਹਾਸਲ ਕੀਤੇ ਗਏ ਹਨ। ਦੂਜੇ ਪਾਸੇ 5 ਸਾਲ ਤੋਂ 11 ਸਾਲ ਦੇ ਬੱਚੇ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਲਈ ਰਜਿਸਟਰਡ ਕਰਵਾਇਆ ਗਿਆ, ਉਹਨਾਂ ਵਿੱਚੋਂ 38% ਵੈਕਸੀਨ ਹਾਸਲ ਕਰ ਚੁੱਕੇ ਨੇ। ਇਸ ਤੋਂ ਇਲਾਵਾ ਵੱਧ ਗਿਣਤੀ ਬੱਚਿਆਂ ਵੱਲੋਂ ਟੀਕਾ ਹਾਸਲ ਕਰਨ ਵਾਸਤੇ ਰਜਿਸਟ੍ਰੇਸ਼ਨ ਕਰਵਾਈ ਗਈ ਹੈ। ਕੈਨੇਡਾ ਵੱਲੋਂ ਖੁਦ ਵੈਕਸੀਨ ਤਿਆਰ ਕੀਤੀ ਗਈ ਹੈ ਜੋ ਕਿ ਕਰੋਨਾ ਦੇ ਖਿਲਾਫ ਹੈ। ਹੁਣ ਕੈਨੇਡਾ ਵੱਲੋਂ ਜੋ ਇਹ ਤਿਆਰ ਕੀਤੀ ਗਈ ਵੈਕਸੀਨ ਹੈ, ਇਸ ਬਾਰੇ ਕੰਪਨੀ ਨੇ ਜਾਣਕਾਰੀ ਦਿੱਤੀ ਕਿ ਜਲਦ ਹੀ ਹੈਲਥ ਕੈਨੇਡਾ ਨੂੰ ਡਾਟਾ ਭੇਜਿਆ ਜਾਵੇਗਾ। ਰਿਵਿਊ ਕਰਨ ਤੋਂ ਬਾਅਦ ਉਹਨਾਂ ਵੱਲੋਂ ਫੈਸਲਾ ਸੁਣਾਇਆ ਜਾਵੇਗਾ ਕਿ ਕੈਨੇਡਾ ਵਿੱਚ ਇਸ ਨੂੰ ਮਾਨਤਾ ਮਿਲਦੀ ਹੈ ਜਾਂ ਫਿਰ ਨਹੀਂ। ਕੈਨੇਡਾ ਵੱਲੋਂ ਜੋ ਕੋਵਿਡ-19 ਵੈਕਸੀਨ ਤਿਆਰ ਕੀਤੀ ਗਈ, ਉਸ ਦੇ ਟ੍ਰਾਇਲ ਦੇ ਨਤੀਜੇ ਸਾਹਮਣੇ ਆਏ ਹੈ। ਜੋ ਟ੍ਰਾਇਲ ਨਤੀਜੇ ਸਾਹਮਣੇ ਆਏ, ਉਸ ਵਿੱਚ ਇਹ ਵੈਕਸੀਨ ਕਾਰਗਰ ਸਾਬਿਤ ਹੋਈ ਹੈ। ਜੀ ਹਾਂ, ਕੈਨੇਡਾ ਵੱਲੋਂ ਜੋ ਕੋਵਿਡ-19 ਵੈਕਸੀਨ ਤਿਆਰ ਕੀਤੀ ਜਾ ਰਹੀ ਹੈ, ਉਸ ਦਾ ਕਲੀਨਿਕਲ ਟ੍ਰਾਇਲ ਕਰਵਾਇਆ ਗਿਆ। ਇਸ ਕਲੀਨਿਕਲ ਟ੍ਰਾਇਲ ਦੇ ਤੀਸਰੇ ਪੜਾਅ ਦੌਰਾਨ ਇਸ ਵੈਕਸੀਨ ਦੇ ਨਤੀਜੇ ਚੰਗੇ ਰਹੇ। ਹੁਣ ਫਾਰਮਾਸਿਊਟੀਕਲ ਕੰਪਨੀ ਨੂੰ ਉਮੀਦ ਹੈ ਕਿ ਜਲਦ ਹੈਲਥ ਕੈਨੇਡਾ ਵੱਲੋਂ ਉਹਨਾਂ ਦੀ ਵੈਕਸੀਨ ਨੂੰ ਮਨਜ਼ੂਰ ਕਰ ਦਿੱਤਾ ਜਾਵੇਗਾ। ਦੱਸੀਏ ਕਿ ਇਹ ਕਰੋਨਾ ਖਿਲਾਫ ਵੈਕਸੀਨ ਕਿਊਬਿਕ ਦੀ ਬਾਇਓਫਾਰਮਾਸਿਊਟੀਕਲ ਕੰਪਨੀ ਮੈਡੀਕਾਗੋ ਅਤੇ ਬ੍ਰਿਟਿਸ਼ ਅਮਰੀਕੀ ਕੰਪਨੀ GSK ਨੇ ਮਿਲ ਕੇ ਇੱਕ ਵੈਕਸੀਨ ਤਿਆਰ ਕੀਤੀ ਹੈ। ਹੁਣ ਇਸ ਸੰਬੰਧੀ ਹੈਲਥ ਕੈਨੇਡਾ ਨੂੰ ਅਰਜ਼ੀ ਭੇਜੀ ਜਾਵੇਗੀ ਤਾਂ ਕਿ ਡਾਟਾ ਰਿਵਿਊ ਕਰਨ ਤੋਂ ਬਾਅਦ ਇਸ ਵੈਕਸੀਨ ਨੂੰ ਵੀ ਕੈਨੇਡਾ ਵਿੱਚ ਮਨਜ਼ੂਰੀ ਮਿਲ ਸਕੇ। ਕੰਪਨੀ ਵੱਲੋਂ ਨਿਊਜ਼ ਰਿਲੀਜ਼ ਦੇ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਜੋ ਇਸ ਵੈਕਸੀਨ ਦਾ ਟ੍ਰਾਇਲ ਕਰਵਾਇਆ ਗਿਆ, ਉਸ ਦੇ ਨਤੀਜੇ ਕਿਸ ਤਰ੍ਹਾਂ ਰਹੇ। ਟ੍ਰਾਇਲ ਦੌਰਾਨ ਵੈਕਸੀਨ ਕੋਵਿਡ ਦੇ ਸਾਰੇ ਵੇਰੀਐਂਟ ਖਿਲਾਫ 71% ਪ੍ਰਭਾਵਸ਼ਾਲੀ ਸਾਬਿਤ ਹੋਈ ਹੈ। ਇਸ ਦੇ ਇਲਾਵਾ ਡੈਲਟਾ ਵੇਰੀਐਂਟ ਖਿਲਾਫ ਵੀ ਇਹ ਵੈਕਸੀਨ 75% ਤੱਕ ਇਫੈਕਟਿਵ ਪਾਈ ਗਈ। ਦੱਸ ਦਈਏ ਕਿ ਇਸ ਵੈਕਸੀਨ ਦੇ ਟ੍ਰਾਇਲ ਦੀ ਸ਼ੁਰੂਆਤ ਮਾਰਚ ਮਹੀਨੇ ਕੀਤੀ ਗਈ ਸੀ ਤੇ ਹੁਣ ਇਸ ਦੇ ਤੀਸਰੇ ਪੜਾਅ ਦਾ ਟ੍ਰਾਇਲ ਕਰਵਾਇਆ ਗਿਆ। ਉਹਦੇ ਦੂਜੇ ਪਾਸੇ ਜਦੋਂ ਕਰੋਨਾ ਵਾਇਰਸ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ ਤਾਂ ਉਸ ਤੋਂ ਪਹਿਲਾਂ ਹੀ ਇਸ ਦਾ ਕਲੀਨਿਕਲ ਟ੍ਰਾਇਲ ਜਾਣੀ ਕਿ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਮੁਕੰਮਲ ਹੋ ਚੁੱਕਿਆ ਸੀ। ਹੁਣ ਇਸ ਦੌਰਾਨ ਮੈਡੀਕੋ ਦੇ ਮੈਡੀਕਲ ਆਫੀਸਰ ਦਾ ਕਹਿਣਾ ਹੈ ਕਿ ਜੇਕਰ ਹੈਲਥ ਕੈਨੇਡਾ ਵੱਲੋਂ ਇਸ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਫਿਰ ਇਹ ਮਨਜ਼ੂਰ ਹੋਣ ਵਾਲੀ ਪਹਿਲੀ ਪਲਾਂਟ ਆਧਾਰਿਤ ਵੈਕਸੀਨ ਹੋਵੇਗੀ। ਦੱਸ ਦਈਏ ਕਿ ਮੈਡੀਕੋ ਕੰਪਨੀ ਵੱਲੋਂ ਇਸ ਵਿੱਚ ਪਲਾਂਟ ਆਧਾਰਿਤ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ। ਜੋ ਇਸ ਵੈਕਸੀਨ ਵੱਲੋਂ ਟ੍ਰਾਇਲ ਕਰਵਾਇਆ ਗਿਆ, ਉਸ ਦੇ ਤੀਸਰੇ ਫੇਜ਼ ਦੌਰਾਨ ਕੋਈ ਵੀ ਗੰਭੀਰ ਸਮੱਸਿਆ ਨਿਕਲ ਕੇ ਸਾਹਮਣੇ ਨਹੀਂ ਆਈ। ਜੀ ਹਾਂ, ਜਿਨ੍ਹਾਂ ਦੇ ਉੱਪਰ ਇਹ ਟ੍ਰਾਇਲ ਕਰਵਾਇਆ ਗਿਆ, ਉਸ ਦੇ ਉੱਪਰ ਨਤੀਜੇ ਕਾਰਗਰ ਸਾਬਿਤ ਹੋਏ ਨੇ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਕੈਨੇਡਾ ਵਿੱਚ ਇਸ ਵੈਕਸੀਨ ਨੂੰ ਮਨਜ਼ੂਰੀ ਮਿਲ ਜਾਵੇ, ਜਿਸ ਦਾ ਡਾਟਾ ਜਲਦ ਹੀ ਹੈਲਥ ਕੈਨੇਡਾ ਨੂੰ ਭੇਜ ਦਿੱਤਾ ਜਾਵੇਗਾ। ਕਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਦੇ ਅਧਿਕਾਰੀਆਂ ਵੱਲੋਂ ਕੈਨੇਡੀਅਨਸ ਨੂੰ ਸਲਾਹ ਦਿੱਤੀ ਗਈ। ਕੈਨੇਡਾ ਵਾਸੀਆਂ ਨੂੰ ਕਿਹਾ ਗਿਆ ਕਿ ਇਸ ਸਮੇਂ ਦੇਸ਼ ਤੋਂ ਬਾਹਰ ਯਾਤਰਾ ਕਰਨਾ ਕਾਫੀ ਕਨਫਿਊਜ਼ਿੰਗ ਹੋਵੇਗਾ ਅਤੇ ਅਜਿਹਾ ਨਾ ਕੀਤਾ ਜਾਵੇ। ਇਸ ਤੋਂ ਬਾਅਦ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਕੈਨੇਡਾ ਤੋਂ ਬਾਹਰ ਯਾਤਰਾ ਕਰਨ ਵਾਸਤੇ ਜਾਂਦੇ ਨੇ, ਉਹ ਖਾਸ ਤੌਰ ਦੇ ਉੱਪਰ ਧਿਆਨ ਰੱਖਣ। ਕੈਨੇਡਾ ਤੋਂ ਬਾਹਰ ਯਾਤਰਾ ਕਰਨ ਵਾਲਿਆਂ ਦੇ ਲਈ ਕੈਨੇਡਾ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਬਾਹਰ ਕਰੋਨਾ ਵਾਇਰਸ ਦੇ ਮੌਜੂਦਾ ਹਾਲਾਤਾਂ ਦੌਰਾਨ ਯਾਤਰਾ ਕਰਨੀ ਠੀਕ ਨਹੀਂ ਹੋਵੇਗੀ। ਇਸ ਨੂੰ ਉਹਨਾਂ ਵੱਲੋਂ ਕੰਪਲਿਕੇਟਡ ਦੱਸਿਆ ਗਿਆ। ਓਮਿਕਰੌਨ ਵੇਰੀਐਂਟ ਸਾਹਮਣੇ ਆਉਣ ਤੋਂ ਬਾਅਦ ਫੈਡਰਲ ਹੈਲਥ ਐਕਸਪਰਟਸ ਵੱਲੋਂ ਯਾਤਰਾ ਸੰਬੰਧੀ ਚੇਤਾਵਨੀ ਦਿੱਤੀ ਗਈ ਹੈ ਤੇ ਕੈਨੇਡੀਅਨਸ ਨੂੰ ਕਿਹਾ ਗਿਆ ਕਿ ਉਹ ਕੈਨੇਡਾ ਤੋਂ ਬਾਹਰ ਯਾਤਰਾ ਤੋਂ ਪਰਹੇਜ਼ ਕਰਨ। ਦੱਸ ਦਈਏ ਕਿ ਹੁਣ ਤੱਕ ਓਮਿਕਰੌਨ ਵੇਰੀਐਂਟ ਨਾਲ ਸੰਬੰਧਿਤ ਕੈਨੇਡਾ ਵਿੱਚ 87 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ ਵਿੱਚ ਇਸ ਵੇਰੀਐਂਟ ਨੂੰ ਧਿਆਨ ਵਿੱਚ ਰੱਖਦਿਆਂ ਯਾਤਰਾ ਸੰਬੰਧੀ ਸਖਤੀਆਂ ਵੀ ਕੀਤੀਆਂ ਜਾ ਚੁੱਕੀਆਂ ਨੇ, ਜਿੱਥੇ ਕਈ ਦੇਸ਼ਾਂ ਦੇ ਉੱਪਰ ਯਾਤਰਾ ਸੰਬੰਧੀ ਰੋਕ ਲਗਾ ਦਿੱਤੀ ਗਈ। ਹਾਲਾਂਕਿ ਇਸ ਰੋਕ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ, ਪਰ ਦੂਜੇ ਪਾਸੇ ਕੈਨੇਡਾ ਵੱਲੋਂ ਕੈਨੇਡੀਅਨਸ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਹੁਣ ਕੈਨੇਡਾ ਤੋਂ ਬਾਹਰ ਯਾਤਰਾ ਨਾ ਕੀਤੀ ਜਾਵੇ ਕਿਉਂਕਿ ਇਹ ਕੰਪਲਿਕੇਟਡ ਹੋ ਸਕਦੀ ਹੈ। When in particular we think about traveling outside of Canada,
as we said earlier, Omicron is not yet prevalent in Canada, has limited community transmission. That is going to change. And you'll look at the modeling of Dr. Tam and Dr. Liu in a moment, you'll see how it could change relatively quickly. But it's not, the community transmission of Omicron now is limited, and therefore it's not, domestically speaking, what people should think about when they plan their holiday opportunities with friends and families. However, if they think about traveling outside of Canada, Omicron should be a big red part of their radar screen. It should be flashing, because things are happening very quickly outside of Canada. And so if they think of traveling, that should be a serious alarm bell, a serious concern for them, because it's not only about coming back to Canada, and when they come back to Canada, they should expect delays and hassle. That's going to be it, because we're going to do what we need to do to protect the health and safety of Canadians at airports. But they should also be mindful that it's going to be uncertain and risky to travel in a number of other countries over the next weeks, given the serious increase in the incidence of Omicron that we are seeing abroad. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਤੋਂ ਰੋਕ ਹਟਾਉਣ ਦੀ ਮੰਗ, ਯਾਤਰਾ ਪਾਬੰਦੀ ਹਟਾਉਣ ਦੀ ਕੀਤੀ ਮੰਗ। ਯਾਤਰਾ ਸਖਤੀਆਂ ਦੇ ਪੱਖ ਵਿੱਚ ਲੋਕ, ਇੱਕ ਪੋਲ ਤੋਂ ਆਈ ਜਾਣਕਾਰੀ ਸਾਹਮਣੇ। ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ, ਨਿਕਲਿਆ ਹੁਣ ਤੱਕ ਦਾ ਸਭ ਤੋਂ ਵੱਡਾ ਡਰਾਅ। ਖਾਣ ਪੀਣ ਦੀਆਂ ਚੀਜ਼ਾਂ 'ਚ ਹੋ ਸਕਦੀ ਹੈ ਮਹਿੰਗਾਈ ਬਾਰੇ ਲਗਾਇਆ ਗਿਆ ਅੰਦਾਜ਼ਾ। ਨਸ਼ੇ ਦੇ ਮਾਮਲੇ ਵਿੱਚ 6 ਪੰਜਾਬੀ ਗ੍ਰਿਫਤਾਰ, ਪੁਲਿਸ ਨੇ ਨਸ਼ਾ ਤੇ ਹਥਿਆਰ ਕੀਤੇ ਬਰਾਮਦ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।